ਗੱਡੀ ਸੀਗੀ ਬਹੁਤ ਲੰਮੀ ਪਹਿਲੀਆਂ ਵੈਨਾਂ ਜਿਹੀਆਂ ਚੱਲੀਆਂ ਉਹਦੇ ਵਿੱਚ ਡਿੱਗੀ ਬਣਾਈ ਸੀ ਉਹਨਾਂ ਦੀ। ਅੱਛਾ ਉਹਦਾ ਬਰੂਦ ਭਰਿਆ ਸੀ, ਉੱਤੇ ਮੇਰੇ ਪੈਰ ਸੀਗੇ। ਉਹ ਕਹਿੰਦੇ ਵੀ ਜੇ ਮਾੜੀ ਜਿਹੀ ਵੀ ਹਰਕਤ ਕਿ ਜਵਾਨ ਨੇ ਜਾਂ ਅਫਸਰ ਨੇ ਕਰਤੀ ਨਾ ਫਾਇਰਿੰਗ ਦੀ, ਇਹ ਗੱਡੀ ਵੀ ਉਡਾ ਦਾਂਗੇ, ਅਸੀਂ ਵੀ ਉੱਡ ਜਾਵਾਂਗੇ, ਤੈਨੂੰ ਉਡਾ ਦਾਂਗੇ ਨਾਲ ਹੀ। ਇਹ ਸੀਗਾ ਵੀ ਜਿਹੜੀ ਕੰਮ ਨੂੰ ਫੌਜ ਸਾਨੂੰ ਤਨਖਾਹ ਦਿੰਦੀ ਹੈ ਇੰਡੀਅਨ ਆਰਮੀ, ਅਸੀਂ ਉਸ ਕੰਮ 'ਚ ਤਿਆਰ ਹਾਂ, ਭਾਵੇਂ ਹੁਣ ਮਾਰਦੇ ਹੁਣ ਚਾਹੇ ਘੰਟੇ ਨੂੰ ਮਾਰਦੇ ਹੁਣ, ਵੀ ਜਿਹੜੇ ਕੰਮ ਨੂੰ ਅਸੀਂ ਤਨਖਾਹ ਭਰਤੀ ਹੋਏ ਆ ਇਹ ਲੜਾਈ ਨੂੰ ਹੀ ਹੋਏ ਸੀ। ਮਤਲਬ ਸਾਨੂੰ ਤਨਖਾਹ ਸਰਕਾਰ ਤਾਂ ਹੀ ਦਿੰਦੀ ਜੇ ਲੜਾਈ ਲੜਾਂਗੇ, ਤੇ ਪਰ ਆਪਣੇ ਕੋਈ ਮਨ 'ਚ ਨਹੀਂ ਸੀ ਜਵਾਕਾਂ ਦਾ, ਕੋਈ ਮਾਂ ਪਿਓ ਦਾ, ਕੋਈ ਭੈਣ ਭਰਾ ਦਾ ਨਾ। ਮੇਰੇ ਸਾਥੀ ਮੇਰੇ ਭਰਾ ਸੀ ਨਾਲ ਬੰਦੇ ਖਾਂਦੇ ਰੋਟੀ ਪਾ ਇਕੱਠਾ ਖਾਂਦੇ ਸੀ, ਤੇ ਅੱਜ ਇਹ ਮਰੇ ਪਏ ਆ, ਮੈਂ ਜੰਮਦਾ ਇਕੱਲਾ। ਉਦੋਂ ਮੇਰਾ ਦਿਲ ਟੁੱਟ ਗਿਆ, ਉਦੋਂ ਮੈਂ ਇਹ ਬੇਹੋਸ਼ ਹੋ ਗਿਆ ਵੀ ਮਤਲਬ ਯਾਰ ਇਕੱਠੇ ਆਏ ਸੀ ਜਾ ਇਕੱਲੇ ਹੁਣ ਪਤਾ ਨਹੀਂ ਜਾਵਾਂਗੇ ਨਹੀਂ ਜਾਵਾਂਗੇ। ਜਿਹੜੇ ਹਿਸਾਬ ਨਾਲ ਤੁਸੀਂ ਵਾਪਸ ਆਏ ਸੀ ਇਕੱਲੇ 30 ਦੇ ਵਿੱਚੋਂ, ਤਾਂ ਤੁਹਾਡੇ ਕੋਲ ਤਾਂ ਮੇਰੇ ਖਿਆਲ ਨਾਲ ਇੱਥੇ ਕਾਫੀ ਕੁਝ ਸਰਕਾਰ ਵੱਲੋਂ ਦਿੱਤਾ ਗਿਆ ਹੋਣਾ ਚਾਹੀਦਾ ਸੀ, ਪਰ ਇੱਥੇ ਕਿੰਨੇ ਕੀ ਮਦਦ ਸਰਕਾਰ ਵੱਲੋਂ ਕੀਤੀ ਗਈ ਸੱਚੀ ਦੱਸਿਓ। ਕੋਈ ਮਦਦ ਨਹੀਂ ਹੋਈ ਸਰਕਾਰ ਨੂੰ ਅਜੇ ਤੱਕ, ਤੇ ਇਹ ਤਾਂ ਇੱਕ ਮਤਲਬ ਉਹ ਹੁਣ ਇਹ ਜੰਮੂ ਦਾ ਮੁੰਡਾ ਪੱਤਰਕਾਰ ਹੈ, ਅੱਛਾ ਉਹਨੇ ਇਹ ਮਤਲਬ ਚੱਕਿਆ ਸਾਰਾ ਮੇਰਾ ਰਿਕਾਰਡ, ਉਹਨੇ ਜਾ ਕੇ ਮਤਲਬ ਰੌਲਾ ਪਾਇਆ ਹੁਣ। ਅੱਛਾ ਤੇ ਹੁਣ ਮੈਨੂੰ ਮਤਲਬ ਇਹ ਕੁਛ ਨਾ ਕੁਛ ਸ਼ਾਇਦ ਸਰਕਾਰ ਕਰੇ, ਆਸ ਹੈ। ਹਾਂ ਆਸ ਹੈਗੀ ਹੈ, ਮਤਲਬ ਅਜੇ ਤੱਕ ਹੋਇਆ ਕੁਛ ਨਹੀਂ। ਜਦੋਂ ਕਿ ਮਤਲਬ ਹੈਲੀਕਾਪਟਰ ਨੇ ਲੈਂਡਿੰਗ ਹੋਣ ਦਿੱਤੇ, ਤੇ ਥੋੜਾ ਜਿਹਾ ਚਲੋ 10 ਫੁੱਟ ਰੱਖ ਲਓ, ਹੈਲੀਕਾਪਟਰ ਉੱਪਰ ਖੜਾ ਸੀ 10-12 ਫੁੱਟ, ਉਹਦੇ ਤੋਂ ਅਸੀਂ ਲੈਂਡ ਕੀਤਾ, ਛਾਲਾਂ ਮਾਰ ਕੇ। ਅੱਛਾ ਉਹਦੇ ਮਤਲਬ ਛਾਲਾਂ ਮਾਰਦੇ ਹੀ ਅਸੀਂ ਫਾਇਰ ਸ਼ੁਰੂ ਕਰਤਾ। 4 ਵਜੇ ਤੱਕ ਤਕਰੀਬਨ ਸਾਡਾ ਜੀ ਫਾਇਰ ਚੱਲਿਆ। ਇਹ ਕਿੰਨੇ ਵਜੇ ਦਾ ਟਾਈਮ ਸੀ ਜਦ ਤੁਸੀਂ ਉਤਰੇ? 11 ਵਜੇ ਦਾ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਲਗਾਤਾਰ ਫਾਇਰਿੰਗ ਚੱਲਦੀ ਰਹੀ। ਹਾਂਜੀ ਲਗਾਤਾਰ ਫਾਇਰਿੰਗ ਚੱਲਦੀ ਰਾਤ ਤੋਂ 11 ਵਜੇ ਤੋਂ ਲੈ ਕੇ ਜੀ 4 ਵਜੇ ਤੱਕ। 4 ਵਜੇ ਤੱਕ ਮਤਲਬ ਜਦ ਦਿਨ ਚੜ੍ਹਨਾ ਸ਼ੁਰੂ ਹੋ ਗਿਆ, ਤੇ ਮੇਰੇ ਜਿਹੜੇ ਸਾਥੀ ਸੀ ਉਹ ਡੈੱਡ ਹੋ ਗਏ, ਫਾਇਰ ਸਾਡਾ ਖਤਮ ਹੋ ਗਿਆ। ਮਤਲਬ ਜਿਹੜਾ ਮਨੀਸ਼ਨ ਸੀ ਉਹਨਾਂ ਕੋਲ ਖਤਮ ਹੋ ਗਿਆ, ਮੈਂ ਇਕੱਲਾ ਰਹਿ ਗਿਆ। ਮੇਰੇ ਕੋਲ MG ਸੀ ਜਿਹੜੀ 1 ਸਕਿੰਟ ਦੇ ਵਿੱਚ 1000 ਰਾਉਂਡ ਕੱਢਦੀ ਹੈ। ਉਹਦੇ ਵਿੱਚ ਜੀ 1.5-2 ਘੰਟੇ ਮੈਂ ਮਤਲਬ ਇਕੱਲੇ ਨੇ ਫਾਇਰਿੰਗ ਕੀਤੀ, ਜਿੰਨਾ ਚਿਰ ਮੇਰੇ ਕੋਲ ਉਹ ਮਨੀਸ਼ਨ ਰਿਹਾ। ਅੱਛਾ ਜਦੋਂ 4 ਵੱਜ ਗਏ, 4 ਵਜੇ ਸਾਰਾ ਡੈੱਡ ਹੋ ਗਿਆ ਕੰਮ, ਤੇ ਮੇਰੇ ਕੋਲ ਵੀ ਅਸਲਾ ਖਤਮ ਹੋ ਗਿਆ, ਤੇ ਦਿਨ ਵੀ ਚੜ੍ਹ ਗਿਆ। ਤੇ ਮੇਰੇ ਆਸੇ ਪਾਸੇ ਮੇਰੇ ਸਾਥੀ ਜਿਹੜੇ ਪਏ ਸੀ, ਕਿਸੇ ਦੀ ਧੌਣ ਉੱਡੀ ਸੀ, ਕਿਸੇ ਦੀ ਬਾਂਹ ਉੱਡੀ ਸੀ, ਕਿਸੇ ਦਾ ਮਤਲਬ ਡੈੱਡ ਹੀ ਸੀ ਸਾਰੇ ਜੀ। ਤੇ ਮੈਂ ਹਾਂ ਜੀ, ਤੇ ਉਹਨਾਂ ਨੂੰ ਵੇਖ ਕੇ ਮੈਂ ਵੀ ਬੇਹੋਸ਼ ਹੋ ਗਿਆ। ਇਹਨਾਂ ਮੇਰਾ ਇਲਾਜ ਵੀ ਕਰਾਇਆ ਨਹੀਂ, ਕਹਿੰਦੇ ਵੀ ਨਹੀਂ ਕਰਾਇਆ। ਬਾਕੀ ਕੁੱਟਮਾਰ ਤਾਂ ਉਦੋਂ ਕਰਦੇ ਸੀ ਜਦੋਂ ਉਹ ਲੀਡਰ ਚਲੇ ਜਾਂਦੇ ਨਾ, ਉਦੋਂ ਫਿਰ ਮੇਰੇ ਪੈਰਾਂ ਨੂੰ ਕੁਛ ਵਿਖਾਇਆ, ਕਰੰਟ ਵੀ ਲਾਇਆ। ਕਿਵੇਂ ਜ਼ਰੂਰ ਦੱਸੋ ਕਿਵੇਂ ਕਰੰਟ ਕਿਵੇਂ? ਵੀ ਜਿਹੜਾ ਟੈਲੀਫੋਨ ਦਾ ਕਰੰਟ ਲਾਇਆ ਪੱਬਾਂ ਨੂੰ ਮੇਰੇ, ਉਹ ਪੁੱਛਦੇ ਸੀ ਵੀ ਹਿੰਦੁਸਤਾਨ ਦੀ ਫੌਜ ਕਿਵੇਂ ਆਈ, ਕਾਹਦੇ ਵਾਸਤੇ ਆਈ। ਮੈਂ ਕਿਹਾ ਵੀ ਬਿਲਕੁਲ ਨਹੀਂ, ਮਰਨੋਂ ਮਰ ਜਾਊਂ, ਤੁਹਾਨੂੰ ਕੋਈ ਹਿੰਦੁਸਤਾਨ ਬਾਰੇ ਮੈਂ ਤੁਹਾਨੂੰ ਕੋਈ ਮਤਲਬ ਸਿਕਿਉਰਟੀ ਨਹੀਂ ਦੇਣੀ। ਕੁੱਟਮਾਰ ਬਹੁਤ ਕਰਦੇ ਰਹੋ, ਖਾਧੀ ਵੀ, ਪੈਰਾਂ ਨੂੰ ਕਰੰਟ ਵੀ ਲਾਇਆ। ਮੈਂ ਕਿਹਾ ਕੁਛ ਵੀ ਕਰੀ ਚੱਲੋ। ਮੈਂ ਤਾਂ ਸੁਣਿਆ ਵੀ ਤੁਹਾਡੇ ਪੈਰਾਂ ਨੂੰ ਹਜੇ ਵੀ ਕੋਈ ਚੀਜ਼ ਮਹਿਸੂਸ ਨਹੀਂ ਹੁੰਦੀ, ਵੀ ਜਿਵੇਂ ਤੁਸੀਂ ਤਾਂ ਚੱਪਲਾਂ ਪਾਈਆਂ ਨੇ, ਤੁਸੀਂ ਦੱਸ ਰਹੇ ਸੀ ਵੀ ਇਹ ਵੀ ਨਹੀਂ ਪਤਾ ਲੱਗਦਾ ਵੀ ਜੇ ਨਿਕਲ ਵੀ ਜਾਵੇ। ਚੱਪਲ ਨਿਕਲ ਜੇ ਪਤਾ ਨਹੀਂ ਲੱਗਦਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ, ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ ਆਪਣੀ ਫੌਜ ਦੀ ਜੇ ਗੱਲ ਕਰਾਂ ਤਾਂ ਸਾਡੀ ਫੌਜ ਨੇ ਪਤਾ ਹੀ ਨਹੀਂ ਕਿੰਨੀਆਂ ਕੁ ਲੜਾਈਆਂ ਜਿਹੜੀਆਂ ਨੇ ਲੜੀਆਂ ਨੇ, ਤੇ ਕਿੰਨੀਆਂ ਕੁ ਲੜਾਈਆਂ ਜਿੱਤੀਆਂ ਨੇ। ਹਾਲਾਂਕਿ ਸਿੱਖ ਕੌਮ ਬੜੀ ਮਹਾਨ ਹੈ, ਐਵੇਂ ਨਹੀਂ ਮਹਾਨ ਕਹਿੰਦੇ ਇਹਨੂੰ, ਕਿਉਂਕਿ ਬੜੀਆਂ ਵੱਡੀਆਂ ਕੁਰਬਾਨੀਆਂ, ਬੜੀਆਂ ਵੱਡੀਆਂ ਸ਼ਹਾਦਤਾਂ ਸਾਡਿਆਂ ਯੋਧਿਆਂ ਨੇ, ਸਾਡਿਆਂ ਸੂਰਵੀਰਾਂ ਨੇ ਦਿੱਤੀਆਂ ਨੇ। ਵੈਸੇ ਹੀ ਇੱਕ ਦਾਸਤਾਨ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਦੋਸਤੋ ਇਸ ਸਮੇਂ ਪਿੰਡ ਜੀਵਨਵਾਲਾ ਦੇ ਵਿੱਚ ਮੈਂ ਖੜਾ ਹਾਂ, ਤੇ ਇੱਥੇ ਆਉਣ ਦਾ ਖਾਸ ਕਾਰਨ ਇਹ ਹੈ ਕਿ ਸਨ 1982 ਦੇ ਵਿੱਚ ਆਪਰੇਸ਼ਨ ਪਵਨ ਕਰਕੇ ਹੋਇਆ ਸੀ ਇੱਕ ਸ਼੍ਰੀਲੰਕਾ ਦੇ ਵਿੱਚ, ਜਿੱਥੇ ਸਾਡੀ ਕੌਮ ਦੇ ਹੀ ਕੁਝ ਯੋਧੇ ਉੱਥੇ ਗਏ ਸੀ ਸ਼੍ਰੀਲੰਕਾ ਨੂੰ, ਜਿਵੇਂ ਬੰਗਲਾਦੇਸ਼ ਆਜ਼ਾਦ ਕਰਾਇਆ ਸੀਗਾ ਉਸੇ ਤਰੀਕੇ ਦਾ ਇੱਕ ਆਪਰੇਸ਼ਨ ਪਵਨ ਕਰਕੇ ਉਹਨਾਂ ਨੇ ਬਣਾਇਆ ਸੀ, ਜਿਸ ਦੇ ਨਾਲ ਕਿਹਾ ਜਾਂਦਾ ਹੈ ਕਿ ਸ਼੍ਰੀਲੰਕਾ ਦੇ ਵਿੱਚ ਕੁਝ ਜਵਾਨ ਜਿਹੜੇ ਸੀ ਆਪਣੇ ਪਹੁੰਚਦੇ ਨੇ, ਪਰ ਉੱਥੇ ਪਹੁੰਚਦੇ ਸਾਰ ਜਦ ਪਹਿਲਾ ਹੈਲੀਕਾਪਟਰ ਲੈਂਡ ਹੁੰਦਾ ਆ ਨਾ, ਜਾਣੀ 15 ਜਾਣੇ ਜਿਹੜੇ ਧਰਤੀ ਤੇ ਉਤਰਦੇ ਨੇ, ਤਾਂ ਇੰਨੀ ਕੁ ਜ਼ਿਆਦਾ ਉੱਥੇ ਫਾਇਰਿੰਗ ਹੁੰਦੀ ਹੈ, ਤੇ ਉੱਥੇ ਕੱਲਾ ਇੱਕ ਸਰਦਾਰ ਸੀ ਜਿਹੜਾ ਬਚ ਕੇ ਵਾਪਸ ਆਪਣੇ ਦੇਸ਼ ਪਰਤਿਆ ਸੀ। ਅੱਜ ਉਸ ਦੇ ਪਿੰਡ ਜੀਵਨਵਾਲਾ ਦੇ ਵਿੱਚ ਖੜੇ ਆ, ਘਰ ਦੇ ਹਾਲਾਤ ਦਿਖਾਊਂਗਾ ਕਿ ਇੱਕ ਟਾਈਮ ਸੀ ਦੇਸ਼ ਵਾਸਤੇ ਏਡੀ ਵੱਡੀ ਲੜਾਈ ਲੜੀ,
ਤੇ ਇੱਕ ਅੱਜ ਦਾ ਟਾਈਮ ਹੈ ਕਿ ਕਿਸ ਤਰੀਕੇ ਦੇ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਨੇ। ਅੱਜ ਮੇਰੇ ਨਾਲ ਸਰਦਾਰ ਗੁਰਾ ਸਿੰਘ ਜੀ ਹੋਣਗੇ, ਉਹ ਯੋਧਾ ਮੈਂ ਕਹਿ ਸਕਦਾ ਇੰਡੀਅਨ ਆਰਮੀ ਦਾ ਕਿ ਜਿਸ ਨੇ ਆਪਣਾ ਸਾਰਾ ਕੁਝ ਦਾਅ ਤੇ ਲਾਤਾ। ਤਕਰੀਬਨ 29 ਜਾਣੇ ਜਿਹੜੇ ਸੀਗੇ ਉੱਥੇ ਉਹ ਸਾਰੇ ਸ਼ਹੀਦ ਹੋ ਗਏ ਸੀਗੇ। ਸਿਰਫ ਇੱਕ ਕੱਲਾ ਯੋਧਾ ਸੀਗਾ ਜਿਹੜਾ ਬਚ ਕੇ ਸ਼੍ਰੀਲੰਕਾ ਤੋਂ ਵਾਪਸ ਆਪਣੇ ਦੇਸ਼ ਪਰਤਿਆ ਸੀਗਾ। ਮੇਰੇ ਨਾਲ ਗੁਰਾ ਸਿੰਘ ਜੀ ਨੇ। ਗੁਰਾ ਸਿੰਘ ਜੀ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ। ਚੜ੍ਹਦੀ ਕਲਾ? ਹਾਂ ਚੜ੍ਹਦੀ ਕਲਾ ਜੀ। ਅੱਛਾ, ਮੈਨੂੰ ਹੁਣ ਦੇਖ ਕੇ ਹੈਰਾਨੀ ਹੋ ਰਹੀ ਹੈ ਕਿ ਮੈਂ ਉਸ ਯੋਧੇ ਦੇ ਸਾਹਮਣੇ ਖੜਾ ਹਾਂ ਕਿ ਜਿਹੜਾ ਇੱਕ ਟਾਈਮ 1982 ਦੇ ਵਿੱਚ 30 ਜਾਣਿਆਂ ਚੋਂ ਕੱਲਾ ਵਾਪਸ ਆਇਆ ਸੀ। ਮੈਂ ਸਹੀ ਕਹਿ ਰਿਹਾ? ਹਾਂ ਜੀ, ਹਾਂ ਸਹੀ ਬੋਲ ਜੀ। 30 ਜਾਣੇ ਚੋਂ? ਹਾਂ 30 ਜਣਿਆਂ ਤੋਂ ਕੱਲਾ ਵਾਪਸ ਆਇਆ ਜੀ ਮੈਂ ਜੀ। ਠੀਕ ਹੈ ਜੀ। ਅੱਛਾ, ਮੈਨੂੰ ਸ਼ੁਰੂਆਤ ਤੋਂ ਦੱਸੋ ਵੀ ਸ਼ੁਰੂ ਕਿਵੇਂ ਹੋਇਆ ਸੀਗਾ, ਉੱਥੇ ਜਾਣ ਦਾ ਸਬੱਬ ਤੁਹਾਡਾ ਕਿਵੇਂ ਬਣਿਆ, ਤੁਹਾਨੂੰ ਕਿਵੇਂ ਪਹੁੰਚਿਆ, ਕੁੱਲ ਕਿੰਨੇ ਜਾਣੇ ਗਏ ਸੀ ਉੱਥੇ? ਕੁੱਲ ਅਸੀਂ 30 ਜਣੇ ਸੀਗੇ ਜੀ। 30 ਜਾਣੇ ਕੁੱਲ ਗਏ? ਹਾਂ ਜੀ, 2 ਹੈਲੀਕਾਪਟਰ ਗਏ। ਅੱਛਾ। ਜਿਹਦੇ ਜਿਹਦੇ ਵਿੱਚ 15 ਇੱਕ ਹੈਲੀਕਾਪਟਰ 15 ਜਵਾਨ ਜਾਂਦੇ ਆ। 14 ਹੀ ਜਵਾਨ ਸੀ। ਇੱਕ ਬਰਿੰਦਰਾ ਸਾਹਿਬ ਸਾਡੇ ਮੈਨੇਜਰ ਸਾਹਿਬ ਸੀ, ਮੇਜਰ ਸਾਹਿਬ ਜਿਹੜੇ ਸੀ ਅਫਸਰ, ਜਿਹੜੇ ਮਤਲਬ ਅਫਸਰ ਸੀ। ਠੀਕ ਹੈ। ਦੂਸਰਾ ਜਹਾਜ਼ ਜਿਹੜਾ ਗਿਆ ਜੀ, ਹਾਂ। ਉਹਦੇ 'ਚ 14 ਜਵਾਨ, ਹੂੰ ਇੱਕ ਸੂਬੇਦਾਰ ਸਪੂਨ ਸਾਹਿਬ, ਹੂੰ ਟੋਟਲ ਹੀ 30 ਜਣੇ ਸੀ। ਹੂੰ ਅੱਛਾ, ਟੋਟਲ 30 ਜਾਣੇ ਸੀਗੇ। ਅੱਛਾ, ਮੈਂ ਸੁਣਿਆ ਜਦ ਉੱਥੇ ਪਹਿਲਾ ਜਹਾਜ਼ ਲਿੱਟਿਆਂ ਦੇ ਕੋਲੇ ਜਾ ਕੇ, ਤੁਸੀਂ ਆਪਾਂ ਅੱਗੇ ਚੱਲਦੇ ਗੱਲ ਕਰਦੇ ਹਾਂ, ਲਿੱਟਿਆਂ ਦੇ ਕੋਲੇ ਜਾ ਕੇ ਪਹਿਲਾਂ ਜਦ ਉਤਰਿਆ ਸੀਗਾ, ਉਤਰਦੇ ਸਾਰ ਹਜੇ ਉਤਰ ਵੀ ਨਹੀਂ ਦਿੱਤਾ ਸੀ, ਕਹਿੰਦੇ ਗੋਲੀ ਪਹਿਲਾਂ ਹੀ ਚੱਲ ਪਈ। ਹਾਂ ਜੀ, ਹਾਂ ਜੀ, ਫਾਇਰਿੰਗ ਸ਼ੁਰੂ ਸੀਗੀ ਜੀ, ਪੂਰੀ ਜੀ, ਮਤਲਬ ਜ਼ੋਰ ਫਾਇਰਿੰਗ ਸੀ ਚੱਲ ਰਹੀ। ਅੱਛਾ। ਹਾਂ ਜੀ, ਜਦੋਂ ਕਿ ਮਤਲਬ ਹੈਲੀਕਾਪਟਰ ਨੇ ਲੈਂਡ ਨਹੀਂ ਹੋਣ ਦਿੱਤੇ ਹਾਂ। ਤੇ ਥੋੜਾ ਜਿਹਾ ਚਲੋ 10 ਫੁੱਟ ਰੱਖ ਲਓ, ਹੈਲੀਕਾਪਟਰ ਉੱਪਰ ਖੜਾ ਸੀ 10-12 ਫੁੱਟ, ਉਹਦੇ ਤੋਂ ਅਸੀਂ ਲੈਂਡ ਕੀਤਾ, ਛਾਲਾਂ ਮਾਰੀਆਂ? ਛਾਲਾਂ ਮਾਰੀਆਂ। ਅੱਛਾ। ਉਹਦੇ ਮਤਲਬ ਛਾਲਾਂ ਮਾਰਦੇ ਹੀ ਅਸੀਂ ਫਾਇਰ ਸ਼ੁਰੂ ਕਰਤਾ। ਹੂੰ 4 ਵਜੇ ਤੱਕ ਤਕਰੀਬਨ ਸਾਡਾ ਜੀ ਫਾਇਰ ਚੱਲਿਆ। ਇਹ ਕਿੰਨੇ ਵਜੇ ਦਾ ਟਾਈਮ ਸੀ ਜਦ ਤੁਸੀਂ ਉਤਰੇ? 11 ਵਜੇ ਤੱਕ। ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਲਗਾਤਾਰ ਫਾਇਰਿੰਗ ਚੱਲਦੀ ਰਹੀ? ਹਾਂ ਜੀ, ਲਗਾਤਾਰ ਫਾਇਰਿੰਗ ਚੱਲਦੀ ਰਹੀ ਰਾਤ ਤੋਂ 11 ਵਜੇ ਤੋਂ ਲੈ ਕੇ ਜੀ 4 ਵਜੇ ਤੱਕ। 4 ਵਜੇ ਤੱਕ ਚੱਲਦੀ? 4 ਵਜੇ ਤੱਕ ਮਤਲਬ ਜਦ ਦਿਨ ਚੜ੍ਹਨਾ ਸ਼ੁਰੂ ਹੋ ਗਿਆ ਹਾਂ। ਤੇ ਮੇਰੇ ਜਿਹੜੇ ਸਾਥੀ ਸੀ ਉਹ ਡੈੱਡ ਹੋ ਗਏ, ਫਾਇਰ ਸਾਡਾ ਖਤਮ ਹੋ ਗਿਆ। ਹੂੰ ਮਤਲਬ ਜਿਹੜਾ ਮਨੀਸ਼ਨ ਸੀ ਉਹਨਾਂ ਕੋਲੇ ਖਤਮ ਹੋ ਗਿਆ। ਹੂੰ ਮੈਂ ਇਕੱਲਾ ਰਹਿ ਗਿਆ। ਮੇਰੇ ਕੋਲ MMG ਸੀ ਜਿਹੜੀ 1 ਸਕਿੰਟ ਦੇ ਵਿੱਚ 1000 ਰਾਉਂਡ ਕੱਢਦੀ ਹੈ। ਤੁਹਾਡੇ ਕੋਲੇ ਸੀ? ਹਾਂ ਜੀ, ਤਿੰਨ ਸਾਥੀ ਹੁੰਦੇ ਤੇ, ਅੱਛਾ। ਇੱਕ ਸੱਜੇ ਇੱਕ ਖੱਬੇ। ਹਾਂ। ਇੱਕ ਜਣਾ ਉਹਦੀ ਫਾਇਰਿੰਗ ਕਰਦਾ, ਇੱਕ ਪੜਾ ਚਲਾਉਂਦਾ, ਦੂਜਾ ਉਹਦੀ ਬੈਰਲ ਬਦਲੀ ਕਰਦਾ। ਅੱਛਾ। ਹਾਂ ਤਿੰਨ ਜਾਣੇ ਕੀ ਮੈਂ ਕਹਿ ਸਕਦਾ ਵੀ ਇੱਕ ਗਨ ਨੂੰ 3 ਜਾਣੇ ਲੱਗਦੇ ਸੀ ਚਲਾਉਣ ਵਾਸਤੇ? ਹਾਂ, ਉਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ। ਅੱਛਾ। ਉਹਦੇ ਵਿੱਚ ਜੀ 1.5-2 ਘੰਟੇ ਮੈਂ ਮਤਲਬ ਇਕੱਲੇ ਨੇ ਫਾਇਰਿੰਗ ਕੀਤੀ, ਜਿੰਨਾ ਚਿਰ ਮੇਰੇ ਕੋਲ ਉਹ ਮਨੀਸ਼ਨ ਰਿਹਾ। ਅੱਛਾ। ਜਦੋਂ 4 ਵੱਜ ਗਏ, 4 ਵਜੇ ਤੇ ਸਾਰਾ ਡੈੱਡ ਹੋ ਗਿਆ ਕੰਮ ਹੂੰ ਤੇ ਮੇਰੇ ਕੋਲ ਵੀ ਅਸਲਾ ਖਤਮ ਹੋ ਗਿਆ ਹੂੰ ਤੇ ਦਿਨ ਵੀ ਚੜ ਗਿਆ ਤੇ ਮੇਰੇ ਆਸੇ-ਪਾਸੇ ਮੇਰੇ ਸਾਥੀ ਜਿਹੜੇ ਪਏ ਸੀ, ਕਿਸੇ ਧੌਣ ਉੱਡੀ ਸੀ, ਕਿਸੇ ਬਾਂਹ ਉੱਡੀ ਸੀ, ਕਿਸੇ ਦਾ ਮਤਲਬ ਡੈਡ ਹੀ ਸੀ ਸਾਰੇ ਜੀ। ਤੇ ਮੈਂ ਹਾਂ ਜੀ, ਤੇ ਉਹਨਾਂ ਨੂੰ ਵੇਖ ਕੇ ਮੈਂ ਵੀ ਬੇਹੋਸ਼ ਹੋ ਗਿਆ। ਉਦੋਂ ਬਾਅਦ 'ਚ ਉਹ ਆਏ ਜੀ, ਇਹ ਨਹੀਂ ਪਤਾ ਮੈਨੂੰ ਕਦੋਂ ਚੱਕ ਕੇ ਤੁਹਾਡੇ ਜਦ ਉਹ ਟਾਈਮ ਦੇ ਵਿੱਚ ਤੁਸੀਂ ਫਾਇਰਿੰਗ ਕਰ ਰਹੇ ਸੀ, ਕਿਉਂਕਿ 29 ਜਾਣੇ ਤੁਹਾਡੇ ਨਾਲ ਜਿਹੜੇ ਹੋਰ ਸੀਗੇ ਉਤਰੇ, ਉਹ ਸਾਰੇ ਉੱਥੇ ਸ਼ਹੀਦ ਹੋ ਗਏ, ਕੋਈ ਨਹੀਂ ਬਚਿਆ, ਤੁਸੀਂ ਇਕੱਲੇ ਸੀਗੇ ਤੇ ਫਿਰ ਤੁਹਾਡੇ ਵੀ ਕੋਈ ਕਿਤੇ ਗੋਲੀ ਲੱਗੀ ਸੀ ਉਸ? ਹਾਂ ਜੀ, 3 ਫਾਇਰ ਲੱਗੇ ਜੀ, ਮੇਰੇ ਗਿੱਟੇ ਵੀ ਦਿਨ ਗਿਆ, ਇੱਕ ਛਲੰਗ ਲੱਗੀ ਗੋਡੇ ਤੇ, ਇੱਕ ਮੇਰੇ ਮੋਟੇ ਪੱਟ 'ਚ ਫਾਇਰ ਹੈ ਜੀ। ਅੱਛਾ, ਗਿੱਟੇ ਤੇ ਵੀ ਲੱਗਿਆ ਹੋਇਆ? ਹਾਂ, ਗਿੱਟੇ ਵੀ ਦਿਨ ਲੰਘਿਆ ਜੀ, ਅੱਛਾ। ਆਰ-ਪਾਰ ਕੀਤਾ ਹੋਇਆ। ਅੱਛਾ। ਤੇ 3 ਫਾਇਰ ਮੇਰੇ ਲੱਗੇ ਹੋਏ। ਬਾਅਦ 'ਚ ਮੈਂ ਤਾਂ ਬੇਹੋਸ਼ ਹੋ ਗਿਆ ਵੀ ਮਤਲਬ ਇੱਕ ਤਾਂ ਸਾਥੀ ਮਤਲਬ ਡੈੱਡ ਹੋ ਗਏ ਸੀ, ਇੱਕ ਮੇਰੇ ਆਸੇ-ਪਾਸੇ ਲਾਸ਼ਾਂ ਪਈਆਂ। ਅੱਛਾ, ਜਿਹੜੇ ਤੁਹਾਡੇ ਜਰਨਲ ਤੁਹਾਡੇ ਤੁਸੀਂ ਦੱਸ ਰਹੇ ਸੀ, ਜਿਵੇਂ ਤੁਹਾਡੇ ਮੇਨ ਜਿਹੜੇ ਆਫੀਸਰ ਸੀਗੇ ਉਹ ਵੀ ਤੁਹਾਡੇ ਨਾਲ ਗਏ ਸੀ, ਉਹ ਵੀ ਸ਼ਹੀਦ ਹੋ ਗਏ? ਹਾਂ ਜੀ, ਹਾਂ ਜੀ, ਉਹ ਵੀ ਸ਼ਹੀਦ ਹੋ ਗਏ, ਯਾਨੀ ਟੋਟਲ ਹੀ ਸ਼ਹੀਦ ਹੋ ਗਏ ਸਾਰੇ, ਸੂਬੇਦਾਰ ਵੀ, ਜਵਾਨ ਵੀ। ਮੈਂ ਇਕੱਲਾ ਰਹਿ ਗਿਆ ਸੀ ਬਸ। ਅੱਛਾ ਬਾਈ, ਮੈਨੂੰ ਇੱਕ ਗੱਲ ਦੱਸੋ, ਹਾਂ ਜੀ, ਕਿਉਂਕਿ ਇਹ ਪੁੱਛਣਾ ਮੇਰਾ ਬਾਰ-ਬਾਰ ਮਨ ਦੇ ਵਿੱਚ ਆ ਰਿਹਾ ਵੀ 29 ਜਾਣੇ ਪਰਿਵਾਰ ਦੇ ਆਪਾਂ ਕਹਿ ਸਕਦੇ ਹਾਂ, ਤੁਸੀਂ ਉੱਥੇ ਪਹੁੰਚੇ। ਹਾਂ ਜੀ, ਹਾਂ ਜੀ। 29 ਦੇ 30 ਜਾਣੇ ਸੀਗੇ, ਉਹਨਾਂ ਦੇ ਵਿੱਚੋਂ 29 ਜਾਣੇ ਤੁਹਾਡੇ ਮਰ ਗਏ, ਤੁਸੀਂ ਇਕੱਲੇ ਬਚ ਗਏ। ਉਸ ਟਾਈਮ ਫਿਰ ਮਨ ਦੇ ਵਿੱਚ ਕੀ ਆ ਰਿਹਾ ਸੀਗਾ? ਦੇ ਵਿੱਚ ਜੀ ਐਂ ਸੀ ਨਾ ਵੀ ਮੈਂ ਵੀ ਮਤਲਬ ਆਪਦਾ ਜਿੰਨਾ ਜੋਸ਼ ਸੀਗਾ ਮੈਂ ਲਾਇਆ, ਜਿੰਨਾ ਅਸਲਾ ਸੀ ਮੇਰੇ ਕੋਲ, ਮੈਂ 1.5 ਘੰਟਾ 2 ਘੰਟੇ ਉਹਨਾਂ ਰੋਕੀ ਰੱਖਿਆ। ਜਦੋਂ ਦਿਨ ਚੜ੍ਹ ਗਿਆ, ਅਸਲਾ ਮੇਰੇ ਕੋਲ ਹੀ ਖਤਮ ਹੋ ਗਿਆ ਤੇ ਬਾਕੀ ਮੈਂ ਵਾਰ-ਵਾਰ ਇਹੀ ਕਹਿੰਦਾ ਮੈਂ ਬੇਹੋਸ਼ ਹੋ ਗਿਆ। ਅੱਛਾ, ਉਹਨਾਂ ਦੇ ਕਿੰਨੇ ਜਾਣੇ ਸੀਗੇ ਲਿਟਿਆਂ ਦੇ? ਉਹਨਾਂ ਦਾ ਜੀ ਪਤਾ ਅਣਗਿਣਤੀ ਸੀ, ਘੱਟ ਤੋਂ ਘੱਟ 500-600 ਬੰਦਾ ਸੀਗਾ ਉੱਥੇ ਉਹਨਾਂ ਦਾ। ਇਹ ਕਿਹੜੀ ਜਗ੍ਹਾ ਦੀ ਗੱਲ ਹੈ? ਉਹੋ ਜੀ ਜਾਪਨਾ ਸ਼ਹਿਰ ਹੈ, ਯੂਨੀਵਰਸਿਟੀ ਜਾਪਨਾ ਸ਼ਹਿਰ, ਜਿਵੇਂ ਆਪਣਾ ਚੰਡੀਗੜ੍ਹ ਸ਼ਹਿਰ ਐਡਾ ਸ਼ਹਿਰ ਸੀ ਉਹਨਾਂ ਦਾ। ਹਾਂ ਜੀ, ਯੂਨੀਵਰਸਿਟੀ ਬਹੁਤ ਤਗੜੀ, ਉੱਪਰ ਸੀਗੇ ਉਹਨਾਂ ਦੇ ਦਫ਼ਤਰ ਬਣੇ, ਉੱਪਰ ਹੀ ਫਾਇਰ ਕਰਦੇ ਸੀ, ਉੱਪਰ ਤੀਜੀ ਮੰਜ਼ਿਲ ਤੋਂ। ਤੀਜੀ ਮੰਜ਼ਿਲ ਤੋਂ ਫਾਇਰ? ਹਾਂ ਜੀ, ਹਾਂ ਜੀ। ਅੱਛਾ, ਫਿਰ ਜਦ ਤੁਹਾਨੂੰ ਤੁਸੀਂ ਬੇਹੋਸ਼ ਹੋ ਗਏ 4 ਵਜੇ ਤਾਂ ਤੁਹਾਨੂੰ ਸੁਰਤ ਨਹੀਂ, ਕਦੋਂ ਫੜ ਕੇ ਲੈ ਕੇ ਗਏ ਨੇ? ਉਸ ਤੋਂ ਬਾਅਦ ਤੁਹਾਨੂੰ ਸੁਰਤ ਜਦ ਆਈ ਸੀ, ਤੁਸੀਂ ਕਿੱਥੇ ਸੀ? ਉਹਨਾਂ ਦੇ ਹਸਪਤਾਲ, ਜਦੋਂ ਮੈਨੂੰ ਲੈ ਕੇ ਉਹ ਆਪਦੇ ਹਸਪਤਾਲ ਲੈ ਗਏ, ਮੈਨੂੰ ਤਕਰੀਬਨ ਦੂਜੇ ਦਿਨ ਸੁਰਤ ਆਈ ਜਾ ਕੇ। ਇੱਕ ਦਿਨ ਲੰਘ ਗਿਆ, ਇੱਕ ਰਾਤ ਲੰਘ ਗਈ, ਦੂਜੇ ਦਿਨ ਸੁਰਤ ਆਈ। ਫਿਰ ਮੈਂ ਦੇਖਿਆ ਵੀ ਕਿੱਥੇ ਪਏ ਆ, ਫਿਰ ਮੇਰਾ ਇਲਾਜ ਵੀ ਕਰਾਇਆ, ਨਹੀਂ ਕਹਿੰਦੇ ਵੀ ਨਹੀਂ ਕਰਾਇਆ। ਬਾਕੀ ਕੁੱਟਮਾਰ ਤਾਂ ਉਦੋਂ ਕਰਦੇ ਸੀ ਜਦੋਂ ਉਹ ਲੀਡਰ ਚਲੇ ਜਾਂਦੇ ਸੀ ਨਾ, ਉਦੋਂ ਫਿਰ ਮੇਰੇ
ਪੈਰਾਂ ਨੂੰ ਤੁਹਾਨੂੰ ਵਿਖਾਇਆ, ਕਰੰਟ ਵੀ ਲਾਇਆ ਕਿਵੇਂ ਜ਼ਰੂਰ ਦੱਸੋ ਕਿਵੇਂ ਕਰੰਟ ਕਿਵੇਂ? ਵੀ ਜਿਹੜਾ ਟੈਲੀਫੋਨ ਦਾ ਕਰੰਟ ਲਾਇਆ ਪੱਬਾਂ ਨੂੰ ਮੇਰੇ, ਹਾਂ ਉਹ ਪੁੱਛਦੇ ਸੀ ਵੀ ਹਿੰਦੁਸਤਾਨ ਦੀ ਫੌਜ ਕਿਵੇਂ ਆਈ, ਕਾਹਦੇ ਵਾਸਤੇ ਆਈ। ਮੈਂ ਕਿਹਾ ਵੀ ਬਿਲਕੁਲ ਨਹੀਂ, ਮਰਨੋਂ ਮਰ ਜਾਊਂ, ਤੁਹਾਨੂੰ ਕੋਈ ਹਿੰਦੁਸਤਾਨ ਬਾਰੇ ਮੈਂ ਤੁਹਾਨੂੰ ਕੋਈ ਮਤਲਬ ਸਿਕਿਉਰਟੀ ਨਹੀਂ ਦੇਣੀ ਵੀ ਕੋਈ ਜਾਣਕਾਰੀ ਉਹ ਪੁੱਛਦੇ ਸੀ ਤੁਹਾਨੂੰ ਵੀ ਕਿਵੇਂ ਆਏ ਤੁਸੀਂ ਅੰਦਰ ਵੜਦੇ? ਹਾਂ ਜੀ, ਪੁੱਛਦੇ ਸੀ ਵੀ ਕਾਹਦੇ ਵਾਸਤੇ ਆਏ, ਕਿਉਂ ਭੇਜੇ ਫੌਜ, ਹਾਂ ਵੀ ਮਤਲਬ ਕਿਵੇਂ ਤੁਸੀਂ ਆਏ। ਮੈਂ ਕਿਹਾ ਵੀ ਇਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਵੀ ਕਿਵੇਂ ਆਏ ਨਾ। ਮੈਨੂੰ ਮਤਲਬ ਕੋਈ ਇੱਕ ਹਿੰਦੁਸਤਾਨ ਦਾ ਇੱਕ ਆਪਾਂ ਚੁਆਨੀ ਪਰ ਗੱਲ ਨਹੀਂ ਦੱਸੀ ਉਹਨੂੰ। ਕੁੱਟਮਾਰ ਬਹੁਤ ਕਰਦੇ ਰਹੋ, ਖਾਧੀ ਵੀ, ਪੈਰਾਂ ਨੂੰ ਕਰੰਟ ਵੀ ਲਾਇਆ। ਮੈਂ ਕਿਹਾ ਕੁਝ ਵੀ ਕਰੀ ਚੱਲੋ। ਮੈਂ ਤਾਂ ਸੁਣਿਆ ਵੀ ਤੁਹਾਡੇ ਪੈਰਾਂ ਨੂੰ ਹਜੇ ਵੀ ਕੋਈ ਚੀਜ਼ ਮਹਿਸੂਸ ਨਹੀਂ ਹੁੰਦੀ, ਵੀ ਜਿਵੇਂ ਤੁਸੀਂ ਤਾਂ ਚੱਪਲਾਂ ਪਾਈਆਂ ਨੇ, ਤੁਸੀਂ ਦੱਸ ਰਹੇ ਸੀ ਵੀ ਇਹ ਵੀ ਨਹੀਂ ਪਤਾ ਲੱਗਦਾ ਵੀ ਜੇ ਨਿਕਲ ਵੀ ਜਾਵੇ। ਚੱਪਲ ਨਿਕਲ ਜੇ ਪਤਾ ਨਹੀਂ ਲੱਗਦਾ ਜੀ, ਉਹ ਸੁਣਨਾ ਜੀ ਪੂਰੇ ਉਦੋਂ ਦੇ ਹਾਂ ਕਰੰਟ ਨਹੀਂ ਆ 3 ਸਾਲ ਹੀ ਹੋਏ ਹੋਣੀ ਬੜੇ ਪਾਉਣ ਕਰਕੇ। ਅੱਛਾ ਪਹਿਲਾਂ ਜਵਾਨੀ ਦੇ ਵਿੱਚ ਨਹੀਂ ਸੀ ਕੁਝ ਵੀ, ਅੱਛਾ ਹੁਣ ਬੜੇ ਪਾ ਗਏ ਤੇ ਮਤਲਬ ਪੈਰ ਸੁਣਨਾ, ਹੁਣ ਤੁਰਿਆਂ ਦੇ ਚੱਪਲ ਨਿਕਲ ਜੇ ਤੇ ਮੈਨੂੰ ਪਤਾ ਨਹੀਂ ਲੱਗਦਾ। ਪਤਾ ਨਹੀਂ ਲੱਗਦਾ। ਹਾਂਜੀ, ਜਿਵੇਂ ਮੈਂ ਪੌੜੀ ਚੜ੍ਹਦਾ, ਚੱਪਲ ਨਿਕਲ ਗਈ, ਮੈਂ ਨੰਗੇ ਪੈਰੀ ਪੌੜੀ ਚੜ੍ਹਦਾ, ਫੇਰ ਵੇਖਣੀ ਮੇਰੀ ਚੱਪਲ ਹੀ ਨਹੀਂ ਮੇਰੀ। ਅੱਛਾ ਮੈਨੂੰ ਇੱਕ ਗੱਲ ਦੱਸੋ ਗੁਰਾ ਸਿੰਘ ਜੀ, ਤੁਸੀਂ ਏਡੀ ਵੱਡੀ ਲੜਾਈ ਲੜ ਕੇ ਵਾਪਸ ਆਏ ਸੀਗੇ ਹਾਂਜੀ ਹਾਂਜੀ ਤੇ ਮੈਂ ਸੁਣਿਆ ਉੱਥੇ ਤਾਂ ਪ੍ਰੋਪਰ ਫਿਰ ਐਂ ਹੋਇਆ ਸੀਗਾ ਵੀ 19 ਦੇ ਬਦਲੇ ਇੱਕ ਸਰਦਾਰ ਦਵਾਂਗੇ, ਐਸੀ ਗੱਲ ਚੱਲਦੀ ਸੀ। ਹਾਂਜੀ ਹਾਂਜੀ, ਇਹਨਾਂ ਦੀ ਸੈਂਟਰ ਨਾਲ ਗੱਲ ਹੋਈ ਦਿੱਲੀ ਨਾਲ। ਹਾਂ ਉਹ ਕਹਿੰਦੇ ਵੀ ਮਤਲਬ ਇੱਕ ਸਰਦਾਰ ਅਸੀਂ ਲੈ ਲਓ, ਹਾਂ ਦੂਜੇ ਬਾਕੀ ਜਿਹੜੇ ਬੰਦੇ ਅਸੀਂ ਦੇਣ 18 ਹਾਂ 17 ਬੰਦੇ ਰੱਖਾਂਗੇ ਤਾਂ 18ਵਾਂ ਦੇ ਦਿਆਂਗੇ ਤੁਹਾਨੂੰ। ਹਾਂ 19 ਲੀਡਰ ਸਾਡੇ ਜਿਹੜੇ ਤੁਸੀਂ ਮਦਰਾਸ ਮਤਲਬ ਕੈਦ ਕੀਤੇ ਆ, ਉਹ ਦਿਓਗੇ, ਹਾਂ ਲਿਟਾਂ ਦੇ ਦਿਓਗੇ ਅੱਛਾ ਅਸੀਂ ਸਰਦਾਰ ਨੂੰ ਦੇਵਾਂਗੇ, ਨਹੀਂ ਤਾਂ ਅਸੀਂ ਦੇਣਾ ਨਹੀਂ। ਫਿਰ ਇਹਨਾਂ ਨੇ ਜੀ ਪਤਾ ਨਹੀਂ ਮਤਲਬ ਬੰਦੇ ਦਿੱਤੇ ਤੇ ਨਹੀਂ ਦਿੱਤੇ, ਤੇ ਮੈਨੂੰ ਇਹ ਵਾਪਸ ਆਪਣੇ ਅਫਸਰ ਲੈ ਕੇ ਆਏ ਜਾ ਕੇ। ਅੱਛਾ ਲਿਆਉਣ ਦੀ ਪੂਰੀ ਚੀਜ਼ ਜ਼ਰੂਰ ਦੱਸੋ ਵੀ, ਕਿਉਂਕਿ ਐਂ ਤਾਂ ਹੈ ਨਹੀਂ ਵੀ ਬੜੀ ਸੌਖੇ ਤਰੀਕੇ ਨਾਲ ਲੈ ਗਏ। ਨਹੀਂ ਉਹ ਤਾਂ ਜੀ ਮਤਲਬ ਮੈਂ ਤੁਹਾਨੂੰ ਦੱਸ ਕੇ ਆਇਆ ਵੀ ਗੱਡੀ ਸੀਗੀ ਬਹੁਤ ਲੰਮੀ, ਪਹਿਲੀਆਂ ਵੈਨਾਂ ਜਿਹੀਆਂ ਚੱਲੀਆਂ, ਉਹਦੇ ਵਿੱਚ ਡਿੱਗੀ ਬਣਾਈ ਸੀ ਉਹਨਾਂ ਦੀ। ਅੱਛਾ ਉਹਦਾ ਬਰੂਦ ਭਰਿਆ ਸੀ, ਉੱਤੇ ਮੇਰੇ ਪੈਰ ਸੀਗੇ। ਉਹ ਕਹਿੰਦੇ ਵੀ ਜੇ ਮਾੜੀ ਜਿਹੀ ਵੀ ਹਰਕਤ ਕਿ ਜਵਾਨ ਨੇ ਜਾਂ ਅਫਸਰ ਨੇ ਕਰਤੀ ਨਾ ਫਾਇਰਿੰਗ ਦੀ, ਤਾਂ ਇਹ ਗੱਡੀ ਵੀ ਉਡਾ ਦਾਂਗੇ, ਅਸੀਂ ਵੀ ਉੱਡ ਜਾਵਾਂਗੇ, ਤੈਨੂੰ ਉਡਾ ਦਾਂਗੇ ਨਾਲ ਹੀ। ਯਾਨੀ ਜੇ ਗਲਤੀ ਕਿਤੇ ਨਾ ਕਿਤੇ ਇੰਡੀਅਨ ਆਰਮੀ ਨੇ ਤੇਰੀ ਫੌਜ ਨੇ ਕਰਤੀ ਵੀ ਜੇ ਚੁਸਤ ਚਲਾਕੀ ਵਰਤੀ ਤਾਂ ਤੈਨੂੰ ਵੀ ਡਾ ਦਾਂਗੇ, ਆਪ ਵੀ ਉੱਡ ਜਾਵਾਂਗੇ। ਵੀ ਉੱਡ ਜਾਵਾਂਗੇ ਜੀ। ਪਰ ਫੌਜ ਐ ਲੱਗੀ ਸੀ ਜਿਵੇਂ ਮੈਂ ਮਤਲਬ ਆਪਣਾ ਮੁੱਖ ਮੰਤਰੀ ਆਉਂਦਾ ਤੇ ਪੁਲਿਸ ਲੱਗਦੀ ਆਪਣੀ ਪੰਜਾਬ ਪੁਲਿਸ, ਇਸ ਤਰ੍ਹਾਂ ਫੌਜ ਲੱਗੀ ਜੀ। ਜੇ ਉਹ ਮੈਨੂੰ ਪੁੱਛਦੇ ਹੱਥ ਖੜਾ ਕਰਨਾ, ਮੈਂ ਕੁਝ ਨਹੀਂ ਕਰਨਾ, ਪਰ ਮੈਂ ਠੀਕ ਠਾਕ ਹਾਂ। ਅੱਛਾ ਗੁਰਾ ਸਿੰਘ ਜੀ, ਵੈਸੇ ਕਹਿਣ ਦੀ ਗੱਲ ਆ, ਦਲੇਰੀ ਤਾਂ ਤੁਹਾਡੇ ਤੇ ਬਹੁਤ ਹੈ, ਕਿਉਂਕਿ 30 ਦੇ ਵਿੱਚੋਂ ਕੱਲਾ ਪੰਜਾਬ ਵਾਪਸ ਪਰਤਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ, ਇਹ ਕਿਸਮਤ ਵਾਲੇ ਦੀ ਗੱਲ ਹੁੰਦੀ ਹੈ। ਪਰ ਮੈਨੂੰ ਇੱਕ ਗੱਲ ਦੱਸੋ ਵੀ ਜਦ ਤੁਸੀਂ ਉਸ ਟਾਈਮ ਬਰੂਦ ਦੇ ਉੱਪਰ ਬੈਠੇ ਸੀ, ਤੁਹਾਨੂੰ ਵਾਪਸ ਤੁਹਾਡੀ ਸੈਨਾ ਦਿਖ ਰਹੀ ਸੀਗੀ, ਤਾਂ ਉਹ ਟਾਈਮ ਤੁਹਾਡੇ ਮਨ ਦੇ ਵਿੱਚ ਡਰ ਸੀ ਵੀ ਕੀ ਦੁਬਾਰਾ ਮੈਂ ਪਰਿਵਾਰ ਦਾ ਮੂੰਹ ਵੇਖ ਸਕੂੰਗਾ, ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ, ਭਰਾਵਾਂ ਦਾ? ਕੋਈ ਡਰ ਨਹੀਂ ਸੀ। ਇਹ ਸੀਗਾ ਵੀ ਜਿਹੜੀ ਕੰਮ ਨੂੰ ਫੌਜ ਸਾਨੂੰ ਤਨਖਾਹ ਦਿੰਦੀ ਹੈ ਇੰਡੀਅਨ ਆਰਮੀ, ਅਸੀਂ ਉਸ ਕੰਮ 'ਚ ਤਿਆਰ ਹਾਂ, ਭਾਵੇਂ ਹੁਣ ਮਾਰਦੇ ਹੁਣ ਚਾਹੇ ਘੰਟੇ ਨੂੰ ਮਾਰਦੇ ਹੁਣ, ਵੀ ਜਿਹੜੇ ਕੰਮ ਨੂੰ ਅਸੀਂ ਤਨਖਾਹ ਭਰਤੀ ਹੋਏ ਆ, ਇਹ ਲੜਾਈ ਨੂੰ ਹੀ ਹੋਏ ਸੀ। ਮਤਲਬ ਸਾਨੂੰ ਤਨਖਾਹ ਸਰਕਾਰ ਤਾਂ ਹੀ ਦਿੰਦੀ ਜੇ ਲੜਾਈ ਲੜਾਂਗੇ, ਤੇ ਪਰ ਆਪਣੇ ਕੋਈ ਮਨ 'ਚ ਨਹੀਂ ਸੀ ਜਵਾਕਾਂ ਦਾ, ਕੋਈ ਮਾਂ ਪਿਓ ਦਾ, ਕੋਈ ਭੈਣ ਭਰਾ ਦਾ ਨਾ। ਬਾਕੀ ਇਹ ਵੀ ਉਹਨਾਂ ਲੀਡਰ ਨੇ ਕਿਹਾ ਆਪਣੇ ਅਫਸਰਾਂ ਨੂੰ, ਆਪਣੇ ਇਹਨਾਂ ਨੂੰ ਦਿੱਲੀ ਵਾਲਿਆਂ ਨੂੰ, ਵੀ ਜਿੱਦੇ ਬੰਦਾ ਮਰਿਆ ਤਾਂ ਦਿਲ ਜੋਖਣਾ ਤੁਸੀਂ, ਇਹਦਾ ਪੋਸਟਮਾਰਟਮ ਕਰਾ ਕੇ ਦਿਲ ਜੋਖਣਾ ਵੀ ਕੀ ਦਿਲ ਇਹਦਾ, ਕਿੱਡਾ ਦਿਲ ਇਹਦਾ। ਜਿਹੜੇ ਬੰਦੇ ਨੇ ਮੇਰੇ 1.5-2 ਘੰਟੇ ਇੰਨਾ ਬੰਦਾ ਰੋਕ ਰੱਖਿਆ ਇਕੱਲੇ ਨੇ। ਨਹੀਂ ਉਹ ਟਾਈਮ ਫਿਰ ਜਦ ਤੁਸੀਂ ਦੇਖਦੇ ਸੀ ਵੀ ਤੁਹਾਡੇ ਜਿਹੜੇ ਸਾਥੀ ਸੀਗੇ, ਕਿਉਂਕਿ ਫੌਜ ਦੇ ਵਿੱਚ ਰਿਸ਼ਤੇ ਬਣ ਜਾਂਦੇ ਨੇ, ਫੌਜ ਦੇ ਵਿੱਚ ਬੰਦੇ ਦੇ ਪਰਿਵਾਰ ਬਣ ਜਾਂਦਾ, ਭਰਾਵਾਂ ਵਾਂਗ ਹੋ ਜਾਂਦਾ ਸਾਰਾ ਹਿਸਾਬ। ਸਗੇ ਭਰਾ ਵਾਂਗੂ ਰਹੀਦਾ ਜੀ। ਫਿਰ ਜਦ ਤੁਸੀਂ ਉੱਥੇ ਵੇਖਿਆ ਵੀ ਤੁਹਾਡੇ ਉਹੀ ਸਗੇ ਭਰਾ ਵੱਡੇ ਪਏ ਸੀਗੇ, ਤਾਂ ਫਿਰ ਮਨ ਦਹਿਲਿਆ ਨਹੀਂ? ਨਾ ਜੀ, ਕੋਈ ਮਤਲਬ ਉਹੀ ਮਤਲਬ ਦੱਸਿਆ ਵੀ ਮਾੜਾ ਬੇਹੋਸ਼ ਹੋ ਗਿਆ ਮੈਂ ਉਹਨਾਂ ਨੂੰ ਦੇਖ ਕੇ ਵੀ। ਮੇਰੇ ਸਾਥੀ ਮੇਰੇ ਭਰਾ ਸੀ, ਨਾਲ ਬੈਠੇ ਖਾਂਦੇ, ਰੋਟੀ ਇਕੱਠਾ ਖਾਂਦੇ ਸੀ, ਤੇ ਅੱਜ ਇਹ ਮਰੇ ਪਏ ਆ, ਮੈਂ ਜੰਮਦਾ ਇਕੱਲਾ। ਉਦੋਂ ਮੇਰਾ ਦਿਲ ਟੁੱਟ ਗਿਆ। ਉਦੋਂ ਫਿਰ ਮੈਂ ਇਹ ਬੇਹੋਸ਼ ਹੋ ਗਿਆ ਵੀ ਮਤਲਬ ਯਾਰ ਇਕੱਠੇ ਆਏ ਸੀ, ਜਾ ਇਕੱਲੇ ਹੁਣ ਪਤਾ ਨਹੀਂ ਜਾਵਾਂਗੇ ਨਹੀਂ ਜਾਵਾਂਗੇ, ਇਹ ਵੀ ਨਹੀਂ ਪਤਾ ਵੀ ਪਹੁੰਚਣਾ ਕਿ ਨਹੀਂ ਪਿੱਛੇ। ਅਤੇ ਮਤਲਬ ਉਦੋਂ ਫਿਰ ਮੈਂ ਬੇਹੋਸ਼ ਹੋ ਗਿਆ। ਉਦੋਂ ਬਾਅਦ 'ਚ ਮੈਨੂੰ ਇਹ ਨਹੀਂ ਪਤਾ ਵੀ ਕਦੋਂ ਚੱਕ ਕੇ ਲਗਾਇਆ, ਕਦੋਂ ਲਾਸ਼ਾਂ ਉਹਨਾਂ ਨੇ ਮਤਲਬ ਉਹ ਚੱਕੀਆਂ। ਹਾਂ ਨਾ, ਉਦੋਂ ਬਾਅਦ ਕੋਈ ਪਤਾ ਨਹੀਂ ਮੈਨੂੰ। ਮਤਲਬ ਸੁਣਦਾ ਸੀ ਵੀ ਇੱਕ ਦਿਨ ਇੱਕ ਰਾਤ ਸੁਰਤ ਜਾ ਕੇ ਤੀਜੇ ਦਿਨ ਸੁਰਤ ਆਈ ਮੈਨੂੰ। ਇਹ ਕਿਹੜੇ, ਇਹ ਸਨ 1982 ਦੀ ਗੱਲ? 1982 ਜੀ। 1982 ਦੀ ਗੱਲ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਮਤਲਬ ਕਿ ਉਸ ਤੋਂ ਬਾਅਦ ਕੀ ਕੀਤਾ? ਫਿਰ ਇੰਡੀਅਨ ਆਰਮੀ ਵਾਸਤੇ ਕੰਮ ਕਰਦੇ ਰਹੇ ਸੀ ਉਸ ਤੋਂ ਬਾਅਦ? ਹਾਂ ਜੀ, ਮੈਂ ਉਸ ਤੋਂ ਬਾਅਦ 'ਚ ਮੈਨੂੰ ਮਦਰਾਸ ਲਿਆਏ ਹਸਪਤਾਲ 'ਚ। ਅੱਛਾ। ਹਸਪਤਾਲ ਫਿਰ ਵੱਡੇ ਡਾਕਟਰ ਸੀ ਆਪਣੇ, ਉਹਨਾਂ ਨੇ ਮੇਰਾ ਦਿਮਾਗ ਚੈੱਕ ਕੀਤਾ, ਸਾਰੇ ਅੰਗ ਚੈੱਕ ਕੀਤੇ। ਅੱਛਾ। ਤੇ ਉਦੋਂ ਬਾਅਦ 'ਚ ਮੈਂ 20 ਦਿਨ ਮੈਨੂੰ ਮੁਫਤ ਰੱਖਿਆ ਹਸਪਤਾਲ 'ਚ। ਅੱਛਾ। 20 ਦਿਨਾਂ ਬਾਅਦ ਮੈਨੂੰ ਆਪਣੇ ਡਾਕਟਰ ਸਰਦਾਰ ਸੀ ਵੱਡਾ, ਅੱਛਾ, ਤਿੰਨੇ ਡਾਕਟਰ ਸਰਦਾਰ ਸੀਗੇ। ਅੱਛਾ। ਉਹ ਕਹਿੰਦੇ ਬੱਚੇ ਛੁੱਟੀ ਭੇਜਾਂਗੇ ਤੈਨੂੰ 20 ਦਿਨ ਦੀ, ਹਾਂ, ਤੇ ਜਾ ਕੇ ਤੂੰ ਪੁੰਨ ਕਰਨਾ।
ਅੱਛਾ ਵੀ ਬਹੁਤ ਤਕੜਾ ਤੁਹਾਡਾ ਮਤਲਬ ਇਹ ਜਿਹੜਾ ਨਾ ਅੱਛਾ ਮਹਾਰਾਜ ਨੇ ਮਦਦ ਕੀਤੀ ਤੁਸੀਂ ਪੁੰਨਦਾਨ ਕਰਨਾ। ਮੈਂ 20 ਦਿਨ ਛੁੱਟੀ ਆਈ ਜੀ, ਅੱਛਾ ਆ ਕੇ ਮਤਲਬ ਪਾਠ ਖਿਲਾਇਆ, ਪੁੰਨਦਾਨ ਕੀਤਾ। ਉਦੋਂ ਬਾਅਦ ਮੈਂ ਛੁੱਟੀ ਕੱਟ ਕੇ ਫਿਰ ਸੈਂਟਰ ਗਿਆ, ਫਤਿਹਗੜ੍ਹ ਯੂਪੀ ਸੈਂਟਰ ਸਾਡਾ। ਅੱਛਾ ਸੈਂਟਰ 'ਚ ਮੈਂ ਪਾਟਣ 'ਚ ਗਿਆ, ਹਾਂ ਫਿਰ ਮੈਂ ਸ਼ੀਲ ਨੇ ਕਰ ਲੜਿਆ 3 ਸਾਲ, ਦੁਬਾਰਾ 3 ਸਾਲ। ਮੈਨੂੰ ਕਹਿੰਦਾ ਸੀ ਡਾਕਟਰ ਸਾਹਿਬ ਵੀ ਭੇਜਦੇ ਆ ਤੈਨੂੰ ਮਤਲਬ ਅੱਧੀ ਪੈਨਸ਼ਨ ਦੇ ਕੇ ਤੈਨੂੰ ਬੋਰਡ ਕਰਕੇ। ਮੈਂ ਕਿਹਾ ਬਿਲਕੁਲ ਨਹੀਂ। ਵੀ ਯਾਨੀ ਕਿ ਹੁਣ ਤੈਨੂੰ ਮਤਲਬ ਕਿ ਰਿਟਾਇਰ ਕਰ ਦਿੰਦੇ ਆ। ਹਾਂ, ਉਹ ਕਹਿੰਦੇ ਵੀ ਰਿਟਾਇਰ ਕਰ ਦੇਣਾ, ਆ ਪੈਨਸ਼ਨ ਦੇ ਦੇਣੇ ਸਾਡੇ ਉਹਨੂੰ ਬੋਰਡ ਕਹਿੰਦੇ ਆ। ਅੱਛਾ ਵੀ ਜਿਵੇਂ ਮੇਰੀ ਚਲੋ ਅੱਜ 30,000 ਹੈ ਤੇ ਉਹ 15,000 ਮਿਲਿਆ ਕਰਨਾ ਮੈਨੂੰ। ਅੱਛਾ ਮੈਂ ਕਿਹਾ ਵੀ ਨਹੀਂ, ਤਨਖਾਹ ਲੈਂਦੇ ਆ, ਲੜਾਈ ਵਾਸਤੇ ਲੜਾਈ ਲੜਾਂਗੇ। 3 ਸਾਲ ਜੀ ਫਿਰ ਮੈਂ ਉਹਦੇ ਨਾਲ ਆਪਦੇ ਸਾਥੀਆਂ ਦੇ ਦੁਬਾਰਾ ਫਿਰ ਸ਼ੀਲ ਨੇ ਕਰ ਲੜਿਆ। ਫਿਰ ਹੁਣ ਕਿੰਨੇ ਸਾਲ ਹੋ ਗਏ ਹੁਣ ਤੁਹਾਨੂੰ ਮਤਲਬ ਕਿ ਰਿਟਾਇਰ ਹੋਏ ਨੂੰ? ਮੈਨੂੰ ਜੀ ਮੈਂ 91 'ਚ ਆ ਗਿਆ ਜੀ। 91 ਵਿੱਚ ਤੁਸੀਂ ਵਾਪਸ ਆ ਗਏ? ਹਾਂ ਜੀ, 91 'ਚ ਮੈਨੂੰ ਪੈਨਸ਼ਨ ਮਤਲਬ 2 ਸਾਲ ਮੈਂ ਉੱਥੋਂ ਜੋ ਸ਼੍ਰੀਨਗਰ ਵਾਪਸ ਆਏ ਸੀ, 2 ਸਾਲ ਦਾ ਗਵਾਲੀਅਰ। ਗਵਾਲੀਅਰ ਨੂੰ ਸਾਰੇ ਅਫਸਰ ਵੀ ਕਹਿੰਦੇ ਸੀ ਵੀ ਬੱਚੂ ਤੂੰ ਕੋਈ ਡੱਕਾ ਨਾ ਕਰ, ਬਹਿ ਜਾ ਕਰ, ਪਰ ਲਾ 2 ਸਾਲ। ਮੈਂ ਕਿਹਾ ਜੀ ਨਹੀਂ, ਪੱਕੀ ਫਸਲ ਤੇ ਗੜੇ ਨਾ ਪੈ ਜਾਣ, ਆਏ ਹਾਏ ਵੀ ਅੱਗੇ ਬਹੁਤ ਔਖੇ ਬੱਚੇ ਆ, ਠੀਕ ਆ। ਹਾਂ ਤੇ ਮੈਂ 91 'ਚ ਰਿਟਾਇਰ ਹੋ ਗਿਆ। ਅੱਛਾ ਮੈਨੂੰ ਇੱਕ ਗੱਲ ਦੱਸੋ, ਹਾਂਜੀ ਐਡੀ ਫੌਜ ਲੜ ਲਈ ਦੁਬਾਰਾ ਫਿਰ ਤੁਸੀਂ 3 ਸਾਲ ਉੱਥੇ ਸ਼੍ਰੀਲੰਕਾ ਲੜ ਕੇ ਵੀ ਆਏ ਹੋ, ਹਾਂਜੀ ਪਰ ਜੇ ਮੈਂ ਘਰ ਦੇ ਹਾਲਾਤ ਵੇਖਾਂ ਤਾਂ ਮੈਨੂੰ ਕੁਝ ਬਹੁਤੇ ਚੰਗੇ ਨਹੀਂ ਲੱਗ ਰਹੇ। ਹਾਂਜੀ ਹਾਂਜੀ ਫਿਰ ਇੰਨੀ ਕਿੰਨੀ ਕੁ ਗਰੀਬੀ ਆ ਵੀ ਤੁਸੀਂ ਇਸ ਟਾਈਮ ਦੇ ਵਿੱਚ, ਜਿਵੇਂ ਕਿ ਭਰਾ ਵੀ ਨੇ ਤੁਹਾਡੇ ਮੈਂ ਦੇਖ ਰਿਹਾ ਵੀ ਜਿਹੜੇ ਹਿਸਾਬ ਦੀ ਤੁਸੀਂ ਲੜਾਈ ਲੜ ਕੇ ਆਏ ਹੋ ਤੇ ਜਿਹੜੇ ਹਿਸਾਬ ਨਾਲ ਤੁਸੀਂ ਵਾਪਸ ਆਏ ਸੀ ਇਕੱਲੇ 30 ਦੇ ਵਿੱਚੋਂ, ਤਾਂ ਤੁਹਾਡੇ ਕੋਲ ਤਾਂ ਮੇਰੇ ਖਿਆਲ ਨਾਲ ਇੱਥੇ ਕਾਫੀ ਕੁਝ ਸਰਕਾਰ ਵੱਲੋਂ ਦਿੱਤਾ ਗਿਆ ਹੋਣਾ ਚਾਹੀਦਾ ਸੀ, ਪਰ ਇੱਥੇ ਕਿੰਨੇ ਕੀ ਮਦਦ ਸਰਕਾਰ ਵੱਲੋਂ ਕੀਤੀ ਗਈ, ਸੱਚੀ ਦੱਸਿਓ। ਕੋਈ ਮਦਦ ਨਹੀਂ ਹੋਈ ਸਰਕਾਰ ਨੂੰ ਅਜੇ ਤੱਕ। ਤੇ ਇਹ ਤਾਂ ਇੱਕ ਮਤਲਬ ਉਹ ਹੁਣ ਇਹ ਜੰਮੂ ਦਾ ਮੁੰਡਾ ਪੱਤਰਕਾਰ ਹੈ, ਅੱਛਾ ਉਹਨੇ ਇਹ ਮਤਲਬ ਚੱਕਿਆ ਸਾਰਾ ਮੇਰਾ ਰਿਕਾਰਡ। ਅੱਛਾ ਉਹਨੇ ਜਾ ਕੇ ਮਤਲਬ ਰੌਲਾ ਪਾਇਆ ਹੁਣ। ਅੱਛਾ ਤੇ ਹੁਣ ਮੈਨੂੰ ਮਤਲਬ ਇਹ ਕੁਛ ਨਾ ਕੁਛ ਸ਼ਾਇਦ ਸਰਕਾਰ ਕਰੇ। ਹਾਂ ਆਸ ਹੈ। ਹਾਂ, ਆਸ ਹੈਗੀ ਹੈ ਮਤਲਬ। ਅਜੇ ਤੱਕ ਹੋਇਆ ਕੁਛ ਨਹੀਂ ਹਾਂ ਵੀ ਮਤਲਬ ਉਹ ਹੈਗਾ ਵੀ ਮਤਲਬ ਉਮੀਦ ਵੀ ਕੁਛ ਮਦਦ ਕਰਨਗੇ। ਨਹੀਂ ਇਸ ਤੋਂ ਪਹਿਲਾਂ ਕੋਈ ਸਰਕਾਰੀ ਦਰਬਾਰਾ, ਕੋਈ ਇੱਕ ਅੱਧਾ ਅਧਿਕਾਰੀ, ਕੋਈ ਤੁਹਾਡੀ ਆਰਮੀ ਦਾ ਹੀ ਬੰਦਾ, ਕੋਈ ਜਰਨਲ, ਕੋਈ ਕੈਪਟਨ, ਕੋਈ ਇਸ ਤਰੀਕੇ ਦਾ ਅਫਸਰ ਬੰਦਾ ਆ ਕੇ ਤੁਹਾਡੇ ਕੋਲ ਜਾਂ ਤੁਹਾਨੂੰ ਫੋਨ ਕਰਕੇ ਕਿਹਾ ਹੋਵੇ ਵੀ ਭਾਈ ਗੁਰਾ ਸਿੰਘ ਜੀ ਕੀ ਗੱਲ ਅੱਜ ਕੱਲ੍ਹ ਕਿਵੇਂ ਹੋ, ਠੀਕ ਠਾਕ ਹੋ, ਕਿਸੇ ਚੀਜ਼ ਦੀ ਲੋੜ ਹੋਵੇ? ਨਹੀਂ, ਬਿਲਕੁਲ ਨਹੀਂ, ਕੋਈ ਨਹੀਂ। ਨਾ ਜੀ ਨਾ ਜੀ, ਬਿਲਕੁਲ ਨਹੀਂ। ਇਹ ਜਿਹੜਾ ਮਤਲਬ ਤੁਹਾਨੂੰ ਇਹ ਵੀ ਕਿ ਮੈਂ ਤਾਂ ਦੱਸਣਾ ਚਾਹੁੰਦਾ, ਮੈਂ ਜਿਹੜਾ ਕੈਪਟਨ ਮੈਨੂੰ ਸਾਨੂੰ ਤਾਰ ਕੇ ਆਇਆ ਪਹਿਲਾਂ ਹੈਲੀਕਾਪਟਰ 'ਚ, ਅੱਛਾ ਉਦੋਂ ਕੈਪਟਨ ਸੀ। ਅੱਛਾ ਅੱਜ ਜੋ ਕਮਾਂਡਰ ਸਾਹਿਬ ਹੈ ਉਹਨਾਂ ਦੇ ਟਾਇਰ ਦੇ ਵਿੱਚ ਦੀ ਨਾ ਕੇ ਗੋਲੀ ਇੱਥੇ ਲੱਗੀ ਹੋਈ ਹੈ। ਅੱਛਾ ਉਹ ਚੰਡੀਗੜ੍ਹ ਬੈਠੇ ਆ, ਉਹ ਆਉਣਗੇ, ਤੁਸੀਂ ਨੰਬਰ ਤੋਂ ਮੈਨੂੰ ਦੇ ਦਿਓ, ਮੈਂ ਉਹਨਾਂ ਨਾਲ ਥੋੜ੍ਹੀ ਗੱਲ ਕਰਾਂਗਾ। ਉਹ ਆਉਣਗੇ ਇੱਥੇ ਆਪਣੇ ਮੇਜਰ ਜੈ ਸਕੂਲ, ਸਾਡੇ ਨੂੰ ਪਤਾ ਹੀ ਹੈ, ਇਹਦੇ ਯਾਰ ਦੋਸਤ ਆ ਉਹ। ਅੱਛਾ ਮੈਨੂੰ ਇੱਕ ਗੱਲ ਦੱਸੋ, ਹਾਂਜੀ, ਜੇ ਮੰਨ ਲਾ ਅੱਜ ਵੀ ਕਿਤੇ ਲੜਾਈ ਲੱਗਦੀ ਹੈ, ਫੌਜ ਤੁਹਾਨੂੰ ਕਹਿੰਦੀ ਹੈ ਵੀ ਗੁਰਾ ਸਿੰਘ ਜੀ ਤੁਸੀਂ ਵਾਪਸ ਆ ਜਾਓ, ਲੜੋਗੇ ਫਿਰ ਜਾ ਕੇ ਦੇਸ਼ ਵਾਸਤੇ? ਹਾਂ, ਲੜ ਸਕਦੇ ਹਾਂ। ਹੈ ਹਿੰਮਤ? ਅਜੇ ਹਾਂ, ਪੂਰੀ ਹਿੰਮਤ ਹੈ, ਲੜਾਂਗੇ, ਫਾਇਰ ਵੀ ਕਰ ਲਾਂਗੇ, ਸਾਰਾ ਕੁਝ ਕਰਾਂਗੇ। ਨਹੀਂ ਹੁਣ ਤਾਂ ਚਲੋ ਸਰੀਰ ਦੇ ਵਿੱਚ ਉਨੀ ਚੁਸਤੀ ਫੁਰਤੀ ਨਹੀਂ, ਫਿਰ ਵੀ ਲੜੋਗੇ? ਨਾ ਲੜਾਂਗੇ, ਭੱਜਾਂਗੇ ਨਾ, ਬਹਿ ਕੇ ਤਾਂ ਫਾਇਰ ਕਰਾਂਗੇ। ਆਏ ਹਾਏ, ਭੱਜਾਂਗੇ ਨਾ ਬਹਿ ਕੇ ਤਾਂ ਪਿੱਛੇ ਨਹੀਂ ਹਟਦੇ ਪਰ। ਨਾ, ਦੇਸ਼ ਤੋਂ ਪਿੱਛੇ ਨਹੀਂ ਹਟਾਂਗੇ। ਜਦੋਂ ਆਪਾਂ ਇੰਨਾ ਲਾਲਚ ਦਿੰਦੇ ਸੀ ਫਿਰ ਨਹੀਂ ਹਟੇ ਆਪਾਂ। 2 ਸਾਲ ਮੈਂ ਇਹਦੇ ਨਾਲ ਕੇਸ ਲੜਿਆ। ਇਹਨੇ ਸਰ ਮੈਨੂੰ ਕਿਹਾ ਸੀ ਐਂ ਬੈਠੇ ਚਾਹ ਪੀਂਦੇ, ਚਾਹ ਨਹੀਂ ਮੈਂ ਪੀਂਦਾ ਹੁੰਦਾ ਉਹਨਾਂ ਤੋਂ, ਕਿਉਂਕਿ ਮੈਨੂੰ ਪਤਾ ਵੀ ਕੋਈ ਪਾ ਲਾਉਂਦੇ ਨੇ ਇਹ। ਅੱਛਾ ਮੈਨੂੰ ਕਹਿੰਦਾ ਸੀ ਵੀ ਤੂੰ ਸਿਪਾਹੀਆਂ ਮੈਂ ਕਰਨ ਵਾਲਾ। ਮੈਂ ਕਿਹਾ ਵੀ ਇਹ ਤਾਂ ਗਾਂਹ ਜਾ ਕੇ ਪਤਾ ਲੱਗੂਗਾ ਵੀ ਤੂੰ ਕਰਨ ਵਾਲਾ ਕਿ ਮੈਂ ਕਰਨ ਵਾਲਾ। ਇਹ ਉਸ ਦਿਨ ਜਿੱਦੇ ਸਾਡੇ ਆ ਇੰਟਰਵਿਊ ਹੋਈ ਹੈ, ਉਸ ਦਿਨ ਚੀਫ ਆਫਿਸਰ ਆਪਣੇ ਦਰਬਾਰ ਕੀਤਾ ਸੀ ਸਾਡੇ, ਜਿਵੇਂ ਆਪਾਂ ਮੀਟਿੰਗ ਕਹਿੰਦੇ ਹਾਂ। ਕੁਰਸੀ ਮੇਰੀ ਬਰਾਬਰ ਲਾਈ ਸੀ ਉਹਨੇ। ਉਹ ਕਹਿੰਦਾ ਵੀ ਬੋਲ ਬੱਚੋ ਅੱਜ ਤੇਰੀ ਕਲਮ ਚੱਲਣੀ ਹੈ। ਪਹਿਲਾਂ ਚਾਹ ਪੀਤੀ ਖੜ ਕੇ, ਆ ਵੀ ਜਿਵੇਂ ਫੋਟੋ ਵਿਖਾਈ ਹੈ। ਮੈਂ ਕਿਹਾ ਵੀ ਮੈਨੂੰ ਅਫਸਰਾਂ ਨੇ ਬਹੁਤ ਸਮਝਾਇਆ ਕਿ ਬੜੇ ਯਾਰ ਦੋਸਤ ਅਫਸਰ ਸੀ। ਉਹ ਕਹਿੰਦੇ ਵੀ ਸਿਰਫ ਇਹਨੂੰ ਪੈਨਸ਼ਨ ਦੇ ਕਰਾ ਦੀ, ਵੀ ਆਪਾਂ ਇਹਦਾ ਲੜਕੇ ਬਾਰੇ ਸੋਚਾਂਗੇ, ਠੀਕ ਹੈ। ਤੇ 3 ਵਾਰੀ ਆਪਣੇ ਚੀਫ ਆਫਿਸਰ ਨੂੰ ਪੁੱਛਿਆ, ਹਾਂ ਬੱਚੂ ਬੋਲ, ਸੋਚ। ਅਜੇ ਮੈਂ ਚੀਫ ਨਹੀਂ, ਤੂੰ ਚੀਫ ਹੈ। ਮੈਂ 30,000 ਰਕਮ ਸਰ ਪੈਨਸ਼ਨ ਤੇ ਕਰ ਦੇਣਾ। ਹੁਣ ਪੈਨਸ਼ਨ ਆਉਂਦੀ ਹੈ ਸਾਡੀ ਜੀ? ਹਾਂ, ਮੇਰੀ 25,000 ਪੈਨਸ਼ਨ ਆਉਂਦੀ ਹੈ, ਪਰ ਪੂਰੀ ਕਰਕੇ ਆਏ ਆਪਾਂ 15 ਸਾਲ। ਉਹਨੇ ਕਰਨਲ ਨੂੰ ਵੀ ਪੈਨਸ਼ਨ ਤੇ ਕਰਾਇਆ ਹੈ। ਉਹ ਹੁਣ ਅੱਜ ਸਾਡੇ 10ਵੇਂ ਮਹੀਨੇ ਦੀ 27 ਤਰੀਕ ਨੂੰ ਸਾਡੀ ਇੱਥੇ ਸੀਗੀ ਮੀਟਿੰਗ ਆਪਣੇ ਜਗਰਾਮੀ। ਸਾਡਾ ਇੱਕ ਗਰੁੱਪ ਮਤਲਬ ਬਣਿਆ ਹੋਇਆ ਫੌਜ ਦਾ, ਰਿਟਾਇਰਮੈਂਟ ਆ। 450 ਬੰਦਾ ਇੱਥੇ ਇਕੱਠਾ ਹੋਇਆ ਜੀ, ਮੈਮੋਰੀਆ ਪੈਲਸ ਨਾਲ ਆਪਣੇ ਜਗਰਾਮੀ। ਉਸੇ ਕਰਨਲ ਨੇ ਮੇਰੇ ਸਰੋਪਾ ਪਾਇਆ ਤੇ ਜਿਹੜੇ ਕਰਨਾ ਮੈਂ 2 ਸਾਲ ਕੇਸ ਖੜਿਆ ਨਾ, ਉਸੇ ਜਰਨਲ ਨੇ ਸਰੋਪਾ ਪਾਇਆ ਮੇਰੇ 'ਤੇ। ਤੇ ਹੁਣ ਫੇਰ ਮਤਲਬ ਉਹ ਆ ਪਿੰਡ ਵਾਲੇ ਗਰੁੱਪ ਵਾਲਿਆਂ ਨੇ, ਮੁੰਡਿਆਂ ਨੇ ਜਿਹੜੇ ਕਲੱਬ ਵਾਲੇ ਆ, ਉਹਨਾਂ ਨੂੰ ਟਰੋਫੀ ਦੀ ਮੈਂ ਤੁਹਾਨੂੰ ਵਿਖਾਊਂਗਾ। ਅੱਛਾ, ਬਹੁਤ ਤਕੜੀ ਟਰੋਫੀ। ਹਾਂ ਜੀ, ਪਰ ਸਰਕਾਰ ਵੱਲੋਂ ਕੋਈ ਯੋਗਦਾਨ ਅਜੇ ਸਰਕਾਰ ਨੂੰ ਕੋਈ ਨਹੀਂ। ਮੈਂ ਚਾਹੁੰਦਾ ਯਾਰ ਵੀਡੀਓ ਸ਼ੇਅਰ ਕਰ ਦਿਓ। ਇਹ ਉਹ ਸੂਰਮਾ ਆ, ਸਿੱਖ ਸੂਰਮਾ, ਜਿਸ ਦੀ ਆਪਾਂ ਯੋਧਿਆਂ ਦੀ ਗਾਥਾ ਗਾਣੇ ਹੁੰਦੇ ਨਾ, ਯੋਧੇ ਵਾਰਾਂ ਗਾਣੇ ਹੁੰਦੇ ਆ। ਇਹ ਉਹਨਾਂ ਯੋਧਿਆਂ ਦੇ ਵਿੱਚੋਂ ਇੱਕ ਯੋਧਾ ਆ। ਪਿੱਛੇ ਘਰ ਦੇ ਹਾਲਾਤ ਵੇਖੋ, ਇਹਦੇ ਲਈ ਸਾਈਡ ਮੈਂ ਘਰ ਦਿਖਾ ਦਿੰਦਾ।
ਕਿ ਇਸ ਸਮੇਂ ਜੀਵਨ ਵਾਲਾ ਪਿੰਡ ਦੇ ਵਿੱਚ ਮੈਂ ਖੜਾ ਹਾਂ। ਸਰਦਾਰ ਗੁਰਾ ਸਿੰਘ ਜੀ ਮੇਰੇ ਨਾਲ ਸੀ, ਜਿਨ੍ਹਾਂ ਨੇ ਸਾਨੂੰ 1982 ਦੇ ਵਿੱਚ ਉਹ ਲੜਾਈ ਲੜੀ ਕਿ ਜਿਸ ਤੋਂ 30 ਜਾਣਿਆਂ ਦੇ ਵਿੱਚ ਸਿਰਫ ਕੱਲਾ ਸਰਦਾਰ ਜਿਹੜਾ ਸੀ ਵਾਪਸ ਆਇਆ ਸੀਗਾ। ਆ ਇੱਕ ਕਮਰਾ ਆ ਇੱਧਰ, ਇੱਕ ਕਮਰਾ ਇੱਧਰਲੀ ਸਾਈਡ ਆ, ਤੇ ਬਹੁਤ ਛੋਟੇ ਕਮਰੇ ਨੇ। ਜੇ ਕਮਰੇ ਦਾ ਸਾਈਜ਼ ਦਿਖਾ ਦਿੰਦਾ ਮੈਂ, ਆ ਜਾਓ ਅੰਦਰ ਚੱਲ ਕੇ ਦਿਖਾਉਣਾ ਵੀ ਬਹੁਤ ਛੋਟੇ ਕਮਰੇ ਨੇ, ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ। ਆ ਉੱਪਰ ਵੀ ਜਿਹੜੇ ਨੇ ਬਾਲੇ ਵਾਲੀ ਛੱਤ ਜੀ ਪਾਈ ਹੋਈ ਹੈ ਇਸ ਸਮੇਂ ਵੀ। ਇੱਧਰਲੀ ਸਾਈਡ ਕਿਚਨ ਆ, ਛੋਟਾ ਜਿਹਾ ਪੁਰਾਣਾ ਹੀ ਕਿਚਨ ਹੈ ਇਹ ਵੀ, ਤੇ ਤੁਸੀਂ ਵੇਖ ਸਕਦੇ ਹੋ। ਇੱਧਰਲੀ ਸਾਈਡ ਜਿਹੜਾ ਕਿਚਨ ਬਣਿਆ ਹੋਇਆ ਆ, ਇਹ ਇੱਕ ਕਮਰਾ ਸੀਗਾ, ਇੱਧਰਲੀ ਸਾਈਡ ਕਿਚਨ ਹੈ। ਸੋ ਇਹ ਘਰ ਦੇ ਹਾਲਾਤ ਨੇ ਗੁਰਾ ਸਿੰਘ ਜੀ ਦੇ। ਤੇ ਅੱਜ ਵੀ ਮੈਂ ਜਿਵੇਂ ਹੁਣ ਬਾਰ-ਬਾਰ ਮਨ ਦੇ ਵਿੱਚ ਸਵਾਲ ਤਾਂ ਮੇਰੇ ਇਹੀ ਆਉਂਦੇ ਨੇ ਵੀ ਕੀ ਮਿਲਿਆ ਫਿਰ ਐਡੀ ਲੜਾਈ ਲੜ ਕੇ। ਸਿਰਫ 25,000 ਪੈਨਸ਼ਨ ਆਪਾਂ ਕਹਿ ਸਕਦੇ ਹਾਂ ਵੀ ਮਹੀਨੇ ਦੀ, ਪਰ ਉਸ ਤੋਂ ਇਲਾਵਾ ਕੁਝ ਨਹੀਂ। 30 ਜਣਿਆਂ ਦੇ ਵਿੱਚੋਂ ਕੱਲਾ ਸਰਦਾਰ ਜੇ ਵਾਪਸ ਆਉਂਦਾ ਹੈ, ਤਾਂ ਜੇ ਮੈਨੂੰ ਲੱਗਦਾ ਇਹੀ ਚੀਜ਼ ਕਿਸੇ ਗੇਮ ਵਾਲੇ ਦੇ ਨਾਲ ਹੁੰਦੀ, ਜੇ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਕੋਈ ਕ੍ਰਿਕਟ ਦੇ ਵਿੱਚੋਂ ਚੱਲ ਗਿਆ ਜਾਂ ਕਿਸੇ ਖਿਡਾਰੀ ਦੇ ਨਾਲ ਇਦਾਂ ਹੋ ਜਾਂਦਾ, ਤਾਂ ਮੈਨੂੰ ਲੱਗਦਾ ਉਹਨੂੰ ਕਰੋੜ 2 ਕਰੋੜ ਤਾਂ ਵੱਟ ਤੇ ਪਿਆ ਸੀ। ਜਿਵੇਂ ਇੱਕ ਛੱਕਾ ਮਾਰੇ ਦੇ ਨਾਲ ਹੀ ਜਿਵੇਂ ਬੰਦੇ ਨੂੰ, ਕ੍ਰਿਕਟ ਦੇ ਬੰਦੇ ਨੂੰ ਤਾਂ 1 ਕਰੋੜ ਮਿਲ ਜਾਂਦਾ ਮੈਂ ਸੁਣਿਆ। ਪਰ ਜੇ ਏਡੀ ਵੱਡੀ, ਮੈਨੂੰ ਲੱਗਦਾ ਵੀ ਏਡੀ ਵੱਡੀ ਸ਼ਹਾਦਤ ਜਿਵੇਂ ਇਹਨਾਂ ਦੇ ਨਾਲ ਦੇ ਨੇ ਦਿੱਤੀ, ਤੇ ਇਕੱਲਾ ਸਰਦਾਰ ਉੱਥੋਂ ਬਚ ਕੇ ਵਾਪਸ ਆਇਆ, ਤੇ ਇਹਨਾਂ ਦੇ ਵਾਸਤੇ ਹਾਲੇ ਤੱਕ ਕੋਈ ਚੰਗਾ ਕਦਮ ਨਹੀਂ ਚੱਕਿਆ ਗਿਆ। ਬਹੁਤ ਮਾੜੀ ਗੱਲ ਹੈ। ਮੈਨੂੰ ਉਮੀਦ ਹੈ ਪੂਰੀ ਇਸ ਸਰਕਾਰ ਤੇ ਕਿ ਜੇ ਸਰਕਾਰੀ ਦਰਬਾਰਾ ਕੋਈ ਵੀਡੀਓ ਵੇਖ ਰਿਹਾ ਆ, ਪਿੰਡ ਜੀਵਨ ਵਾਲੇ ਦੇ ਵਿੱਚ ਮੈਂ ਖੜਾ ਹਾਂ, ਕੋਟਕਪੂਰੇ ਦੇ ਬਿਲਕੁਲ ਨਜ਼ਦੀਕ ਹੈ। ਅੱਗੇ ਪਿੰਡ ਆ ਜਾਂਦਾ ਆ ਸਮਾਲਸਰ, ਬਿਲਕੁਲ ਸਮਾਲਸਰ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਪਿੰਡ। ਤੇ ਤੁਸੀਂ ਜੇ ਇੱਥੇ ਆ ਕੇ ਆਪ ਹਾਲਾਤ ਵੀ ਵੇਖ ਕੇ ਜਾਇਓ। ਇੱਦਾਂ ਨਹੀਂ ਕਿ ਮੈਂ ਕੋਈ ਬਣੀ ਬਣਾਈ ਗੱਲ ਤੁਹਾਨੂੰ ਦੱਸਦਾ, ਜਿਸ ਤਰੀਕੇ ਨਾਲ ਪਰੋਸ ਕੇ ਦੱਸ ਰਿਹਾ ਇੱਦਾਂ ਦੀ ਗੱਲ ਨਹੀਂ, ਪਰ ਅਸਲ ਦੇ ਹਾਲਾਤ ਹੀ ਕੁਛ ਇਸ ਤਰੀਕੇ ਦੇ ਨੇ। ਪਰਿਵਾਰ ਦੇ ਵਿੱਚ ਗਰੀਬੀ ਹੈ, ਪਰ ਫਿਰ ਵੀ ਅੱਜ ਵੀ ਜਿਵੇਂ ਮਨ ਦੇ ਵਿੱਚ ਕਹਿੰਦੇ ਨੇ ਜੇ ਅੱਜ ਵੀ ਲੜਾਈ ਲੱਗਦੀ ਹੈ ਨਾ, ਤਾਂ ਅੱਜ ਵੀ ਜਾਣ ਵਾਸਤੇ ਤਿਆਰ ਨੇ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਸ਼ੇਅਰ ਕਰ ਦਿਓ। ਐਸੇ ਹੋਰ ਸੂਰਮਿਆਂ ਦੇ ਨਾਲ, ਹੋਰ ਵੀਰਾਂ ਦੇ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਸਾਂਝਾ ਕਰਾਉਂਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲੂ ਦੇ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।